ਜਿੱਥੇ ਰੀਕਨਸੀਲੀਏਸ਼ਨ ਤਾਂ ਚੱਲ ਹੀ ਰਹੀ ਆ, ਪਰ ਇੱਕ ਪਲਾਨ ਵੀ ਆ ਜਿਹੜਾ ਸਾਡਾ ਉਹ ਇਹ ਚੱਲ ਰਿਹਾ ਵੀ ਅਸੀਂ ਨੈਸ਼ਨਲੀ ਤੇ ਇੰਟਰਨੈਸ਼ਨਲੀ ਜਿਹੜੀ ਹੋਰ ਜ਼ਿਆਦਾ ਸਿੰਪਥੀ ਆ ਜਾਂ ਸਪੋਰਟ ਆ ਉਹਨੂੰ ਗੈਦਰ ਕਰੀਏ, ਗੇਨ ਕਰੀਏ। ਉੱਥੇ ਪੋਲੀਟੀਕਲ ਵੀ ਆ ਤੇ ਸੋਸ਼ਲ ਵੀ। ਜੇ ਇੱਥੇ ਕਿਸਾਨ ਜਿੱਤਦੇ ਆ, ਅਸੀਂ ਜਿੱਤਦੇ ਆ, ਤੇ ਜਿਵੇਂ ਅਸੀਂ ਘਰਾਂ ਨੂੰ ਜਾਵਾਂਗੇ ਉਹ ਤੁਸੀਂ ਸੋਚ ਸਕਦੇ ਆ। ਫਿਰ ਇੱਕ ਨਵਾਂ ਪੰਜਾਬ ਤਾਂ ਸਿਰਜਿਆ ਜਾਣਾ। ਜੇ ਸਰਕਾਰ ਜਿੱਤਦੀ ਆ ਤੇ ਉਹਨਾਂ ਦਾ ਹੰਕਾਰ ਕਿੱਥੇ ਜਾਣਾ ਇਹ ਵੀ ਸੋਚ ਸਕਦੇ ਹੋ ਤੁਸੀਂ। ਇੱਥੇ ਰਣਨੀਤੀ ਨੇ, ਪ੍ਰੋਗਰਾਮ ਨੇ ਕੰਮ ਦੇਣਾ। ਜਿਹੜਾ ਸਹੀ ਪ੍ਰੋਗਰਾਮ ਦੇ ਜੂਗਾ ਉਹ ਜਿੱਤ ਜੂਗਾ। ਅੱਜ ਮੈਂ ਦਿੱਲੀ ਚਲਾ ਜਾਵਾਂ, ਮੈਨੂੰ ਦਿੱਲੀੋਂ ਚੱਕ ਕੇ ਗਦਾਰ ਬਣਾ ਦੇਣਗੇ ਵੀ ਇਹ ਤਾਂ ਦਿੱਲੀ ਆਇਆ ਸੀ, ਹਨਾ। ਦੇਖੋ ਆਈ ਕੋਈ ਵੀ ਆਗੂ ਆ ਕਿਤੇ ਵੀ ਹੋਣ, ਉਹਨਾਂ ਨੂੰ ਚੱਕਣ ਦੀ ਕੋਸ਼ਿਸ਼ ਤਾਂ, ਪਰ ਬਿਊਟੀ ਇਹ ਆ ਵੀ ਇਸ ਅੰਦੋਲਨ ਦੀ, ਇਹਦੀ ਅਗਵਾਈ ਹੁਣ ਲੋਕ ਤੇ ਲੋਕਾਂ ਦੇ ਜਜ਼ਬਾਤ ਕਰ ਰਹੇ। ਸਾਡੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦਾ ਬਿਹੇਵੀਅਰ ਵੀ ਆ ਜਿਹੜਾ ਉਹ ਬੜਕ ਵਾਲਾ। ਮੈਂ ਹਮੇਸ਼ਾ ਹੀ ਇਹ ਗੱਲ ਕਰਦਾ ਹੁੰਦਾ ਸੀ, ਤੁਸੀਂ ਇਹ ਦੇਖਿਓ, ਆਪਾਂ ਉਹਨਾਂ ਨੂੰ ਇੱਕ ਰਿਕੁਐਸਟ ਕੀਤੀ ਸੀ ਵੀ ਇਹਨਾਂ ਨਾਲ ਜਾ ਕੇ ਪ੍ਰੀਤੀ ਭੋਜ ਨਾ ਕਰੋ, ਹਨਾ। ਆਪਦੇ ਪੌਣਿਆਂ 'ਚ ਬੰਨ ਕੇ ਰੋਟੀਆਂ ਲੈ ਜਾਓ, ਉੱਥੇ ਖਾਓ ਜਾ ਕੇ, ਸਿੰਬੋਲਿਕਲੀ ਦੇਖਿਓ ਉਹਦੀ ਕੀ ਅਹਿਮੀਅਤ ਆ। ਜਦੋਂ ਜੰਗ 'ਚ ਬੈਠੇ ਹੋਈਦਾ ਨਾ, ਉਦੋਂ ਆਪਦੇ ਹਥਿਆਰ ਫਿਰ ਕੁੰਡੇ ਨਹੀਂ ਕਰਕੇ ਰੱਖੀਦੇ, ਉਦੋਂ ਆਪਦੀ ਸੋਚ ਤੇ ਆਪਦੇ ਹਥਿਆਰ ਤਿੱਖੇ ਹੀ ਚਾਹੀਦੇ ਆ। ਇਹੀ ਚੀਜ਼ ਇਹਨੂੰ ਬਚਾਊਗੀ। ਅੱਜ ਮਾੜਾ ਜਿਹਾ ਕੋਈ ਕਲਾਕਾਰ ਉਲਟ ਚੱਲ ਕੇ ਤਾਂ ਦਿਖਾਵੇ, ਇਹਨਾਂ ਨੇ ਉਦੋਂ ਹੀ ਚੱਕ ਲੈਣਾ। ਸੋ ਇਹ ਗੱਲ ਆ, ਕੰਗਣਾ ਟਵਿੱਟਰ ਨਹੀਂ ਖੋਲਦੀ, ਸੁਣ ਲਓ। ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੁਸੀਂ, ਤੇ ਇਸ ਵਕਤ ਇੱਕ ਵੱਡੀ ਖਬਰ ਆਈ ਹੈ ਕਿ ਇੱਕ ਵਾਰ ਫਿਰ ਮੀਟਿੰਗ ਬੇਸਿੱਟਾ ਰਹੀ ਹੈ। ਦੀਪ ਸਿੱਧੂ ਸਾਡੇ ਨਾਲ ਨੇ। ਬਾਈ, ਬਾਰ-ਬਾਰ ਮੀਟਿੰਗਾਂ ਬੇਸਿੱਟਾ ਨਿਕਲ ਰਹੀਆਂ ਨੇ। ਇੱਕ ਵਾਰ ਫਿਰ ਕਿਸਾਨਾਂ ਨੇ ਹੁਣ ਤਾਂ ਸਾਫ਼ ਤੌਰ ਤੇ ਯੈਸ ਔਰ ਨੋ ਕਹਿ ਦਿੱਤਾ। ਸਾਫ਼ ਤੌਰ ਤੇ ਉਹਨਾਂ ਨੇ ਕਹਿ ਦਿੱਤਾ ਵੀ 9 ਤਰੀਕ ਨੂੰ ਦੁਬਾਰਾ ਮੀਟਿੰਗ ਕਰਾਂਗੇ। ਕੋਈ ਸਿੱਟਾ ਨਹੀਂ ਨਿਕਲਿਆ। ਕਿਵੇਂ ਦੇਖਦੇ ਹੋ? ਦੇਖੋ, ਇਹੀ ਜਿਹੜਾ ਡੈਡਲੌਕ ਕ੍ਰੀਏਟ ਹੋਇਆ, ਇਹ ਹੋਰ ਜ਼ਿਆਦਾ ਸਟਰੋਂਗ ਹੋ ਗਿਆ, ਹਨਾ। ਉਦੋਂ ਦਾ ਮੈਂ ਇਹੀ ਗੱਲ ਕਰ ਰਿਹਾ ਜੀ ਵੀ ਇਹ ਡੈਡਲੌਕ ਆ, ਔਰ ਇਹ ਦਿਨ ਬ ਦਿਨ ਸਕੇਰੀ ਹੁੰਦਾ ਜਾ ਰਿਹਾ। ਕਿਉਂਕਿ ਅਸੀਂ ਜੇ ਉਹਨਾਂ ਨਾਲ ਮੀਟਿੰਗ ਕਰਨ ਜਾਂਦੇ ਆ, ਇੱਕ ਰੀਕਨਸੀਲੀਏਸ਼ਨ ਦਾ ਪ੍ਰੋਸੈਸ ਕਰਨ ਜਾਂਦੇ ਆ। ਅੱਛਾ, ਇੱਕ ਮਿੰਟ ਉੱਧਰ ਲੱਗੇ ਹੋਏ ਆ। ਜੇ ਮੀਟਿੰਗ ਦਾ ਪ੍ਰੋਸੈਸ ਰੀਕਨਸੀਲੀਏਸ਼ਨ ਦਾ ਪ੍ਰੋਸੈਸ ਆ, ਨਾਲ ਸਾਨੂੰ ਇੱਕ ਆਪਦੀ ਰਣਨੀਤੀ ਇਹ ਵੀ ਘੜਨੀ ਪਊ ਵੀ ਇਸ ਡੈਡਲੌਕ ਨੂੰ ਅਸੀਂ ਲੇਅਰਸ ਵਾਈਜ਼ ਬ੍ਰੇਕ ਕਰੀਏ। ਜਿੱਥੇ ਰੀਕਨਸੀਲੀਏਸ਼ਨ ਤਾਂ ਚੱਲ ਹੀ ਰਹੀ ਆ, ਪਰ ਇੱਕ ਪਲਾਨ ਵੀ ਆ ਜਿਹੜਾ ਸਾਡਾ ਉਹ ਇਹ ਚੱਲ ਰਿਹਾ ਵੀ ਅਸੀਂ ਨੈਸ਼ਨਲੀ ਤੇ ਇੰਟਰਨੈਸ਼ਨਲੀ ਜਿਹੜੀ ਹੋਰ ਜ਼ਿਆਦਾ ਸਿੰਪਥੀ ਆ ਜਾਂ ਸਪੋਰਟ ਆ ਉਹਨੂੰ ਗੈਦਰ ਕਰੀਏ, ਗੇਨ ਕਰੀਏ। ਉੱਥੇ ਪੋਲੀਟੀਕਲ ਵੀ ਆ ਤੇ ਸੋਸ਼ਲ ਵੀ ਆ। ਇਹ ਨਾਲ ਸਾਡਾ ਪ੍ਰੋਸੈਸ ਚੱਲਣਾ ਚਾਹੀਦਾ। ਉੱਥੇ ਸਾਡਾ ਨੈਰੇਟਿਵ ਥਰੋ ਹੋਣਾ ਚਾਹੀਦਾ, ਕਿਉਂਕਿ ਸਰਕਾਰ ਨੇ ਹੁਣ ਟਾਈਮ ਲੈਣਾ। ਉਹ ਦੇਖਿਓ 9 ਤਰੀਕ ਨੂੰ ਵੀ ਟਾਈਮ ਲੈਣਗੇ। ਜੇ ਤੁਸੀਂ ਇਹ ਅਸੀਂ ਸੋਚ ਰਹੇ ਹਾਂ ਨਾ ਵੀ ਉਹਨਾਂ ਨੇ ਸਾਨੂੰ ਕਹਿ ਦੇਣਾ ਵੀ ਚੱਕੋ ਅਸੀਂ ਲੈ ਲਏ ਵਾਪਸ, ਇਹ ਐਂ ਨਹੀਂ ਹੋਣ ਵਾਲੀ ਗੱਲ। ਉਹਨਾਂ ਨੇ ਫੇਰ ਟਾਈਮ ਲੈਣਾ। ਉਹਨਾਂ ਨੇ ਇਹ ਦੇਖਣਾ ਵੀ ਕਿੱਥੇ ਵਾਰ ਕਰ ਸਕਦੇ ਆ, ਵੀਕ ਲਿੰਕ ਕਿੱਥੇ ਆ। ਹਜੇ ਤੱਕ ਉਹਨਾਂ ਨੂੰ ਵੀਕ ਲਿੰਕ, ਉਹਨਾਂ ਨੇ ਬਹੁਤ ਵੀਕ ਲਿੰਕ ਲੱਭਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਟਾਰਗੇਟ ਕੀਤਾ ਸਾਨੂੰ ਇੱਕ ਆਈਸੋਲੇਸ਼ਨ ਵੱਲ ਧੱਕਿਆ, ਬਾਕੀ ਸਾਰੀ ਜਨਤਾ ਤੋਂ ਤੋੜ ਹੀ ਦੇਣਾ ਵੀ ਹਾਂਜੀ, ਪੰਜਾਬ ਨੂੰ ਅਲੱਗ ਕੀਤਾ। ਫਿਰ ਸਾਨੂੰ ਖਾਲਿਸਤਾਨ ਵਾਲੇ ਮੁੱਦੇ ਤੇ ਉਹਨਾਂ ਨੇ ਇੱਕ ਕੰਟਰੋਵਰਸੀ ਕ੍ਰੀਏਟ ਕੀਤੀ। ਫਿਰ ਉਹਨਾਂ ਨੇ ਇਹ ਵੀ ਕਿਹਾ ਵੀ ਇਹ ਜਿਹੜੇ ਕਿਸਾਨ ਆ, ਇਹ ਕਿਸਾਨ ਨਹੀਂ ਚਲਾ ਰਹੇ, ਹਨਾ। ਔਰ ਫਿਰ ਅੱਜ ਹੁਣ ਇਹ ਕਰਨਗੇ ਵੀ ਅਸੀਂ ਤਾਂ ਬਹੁਤ ਅਕੋਮੋਡੇਟ ਕੀਤਾ ਜੀ, ਅਸੀਂ ਤਾਂ ਇਹਨਾਂ ਨੂੰ ਕਿਹਾ ਤੁਸੀਂ ਦੱਸੋ ਕਿਹੜੀਆਂ ਸੌਦਾਂ ਕਰਨੀਆਂ, ਅਸੀਂ ਕਰ ਦਿੰਦੇ ਹਾਂ। ਪਰ ਜਿਹੜਾ ਸਟਰਕਚਰ ਨੂੰ ਕਿਉਂ ਨਹੀਂ ਸਮਝ ਰਹੀ ਸਰਕਾਰ ਵੀ ਸਟਰਕਚਰ ਜਿਹੜਾ ਐਗਰੀਕਲਚਰ ਫੀਲਡ 'ਚ ਤੁਸੀਂ ਕਾਰਪੋਰੇਟਸ ਨੂੰ ਇੰਟਰੋਡਿਊਸ ਕਰ ਰਹੇ ਹੋ ਨਾ, ਇਹ ਸਟਰਕਚਰਲ ਪ੍ਰੋਬਲਮ ਆ। ਇਹ ਸਟਰਕਚਰਲ ਪ੍ਰੋਬਲਮ ਆ ਸਾਡੇ ਸੁਸਾਇਟੀ ਲਈ, ਸਾਡੀ ਸਮਾਜ ਲਈ। ਸੋ ਹੁਣ ਉੱਥੇ ਜਦੋਂ ਅਸੀਂ ਸਟਰਕਚਰਲ ਪ੍ਰੋਬਲਮ ਨੂੰ ਐਡਰੈਸ ਕਰ ਰਹੇ ਹਾਂ, ਉਹਨਾਂ ਦੇ ਪੱਲੇ ਨਹੀਂ ਪੈ ਰਿਹਾ, ਕਿਉਂਕਿ ਕਾਰਪੋਰੇਟਸ ਰਨ ਕਰਦੇ। ਆਪਾਂ ਨਿਰਣਾਇਕ ਮੋੜ ਤੇ ਆ ਗਏ ਆ। ਕਿਸਾਨ ਜਥੇਬੰਦੀਆਂ ਵੀ ਇਹ ਚੀਜ਼ ਸਮਝਦੀਆਂ ਨੇ ਕਿ ਅਸੀਂ ਨਿਰਣਾਇਕ ਮੋੜ ਤੇ ਆ ਇਸ ਵੇਲੇ। ਸਾਨੂੰ ਹੁਣ ਕੋਈ ਨਾ ਕੋਈ ਰਣਨੀਤੀ ਉਲੀਕਣੀ ਪਵੇਗੀ ਉਸ ਤਰੀਕੇ ਦੀ, ਤਾਂ ਜੋ ਨਤੀਜਾ ਛੇਤੀ ਨਿਕਲੇ। ਕਿਉਂਕਿ ਐਡੀ ਵੱਡੀ ਗਿਣਤੀ ਦੇ ਵਿੱਚ, ਮੈਂ ਆਪਣੇ ਕੈਮਰਾਮੈਨ ਨੂੰ ਵੀ ਕਹੂੰਗਾ ਇੱਕ ਵਾਰੀ ਇਸ ਵੇਲੇ ਵੀ ਇੱਕ ਵਾਰੀ ਸਾਰੇ ਪਾਸੇ ਕੈਮਰਾ ਜ਼ਰੂਰ ਘੁਮਾ ਦਿਓ। ਤੁਸੀਂ ਦੇਖ ਸਕਦੇ ਹੋ ਕਿੰਨੀ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਹੈ ਜਿਹੜੇ ਇਸ ਵੇਲੇ ਵੀ ਦੀਪ ਬਾਈ ਨੂੰ ਸੁਣਨ ਦੇ ਲਈ ਇੱਥੇ ਖੜੇ ਨੇ। ਬਾਈ, ਐਡੀ ਵੱਡੀ ਗਿਣਤੀ ਦਾ ਇਕੱਠ ਹੈਗਾ, ਵੱਡੀ ਗਿਣਤੀ ਦੇ ਵਿੱਚ ਟਰਾਲੀਆਂ ਖੜੀਆਂ ਨੇ। ਕਿਸਾਨ ਵੀ ਚਾਹੁੰਦੇ ਨੇ ਕਿ ਇਸ ਵੇਲੇ ਕੋਈ ਹੱਲ ਨਿਕਲੇ, ਕਿਉਂਕਿ ਲੋਕਾਂ ਨੇ ਘਰਾਂ ਨੂੰ ਵੀ ਜਾਣਾ, ਕਣਕ ਦੀ ਇਸ ਵੇਲੇ ਬਿਜਾਈ ਹੋਈ ਪਈ ਹੈ। ਕਿੱਦਾਂ ਦੇਖਦੇ ਹੋ ਇਸ ਵੇਲੇ ਜਿਹੜੀ ਨਿਰਣਾਇਕ ਮੋੜ ਹੈਗਾ, ਇਸ ਨਿਰਣਾਇਕ ਮੋੜ ਤੇ ਤੁਹਾਨੂੰ ਕੀ ਲੱਗਦਾ, ਕੀ ਕਰ ਲੈਣਾ ਚਾਹੀਦਾ? ਦੇਖੋ, ਇਹ ਵਾਟਰਲੂ ਬਣ ਗਿਆ, ਹਨਾ। ਨਿਰਣਾਇਕ ਯੁੱਧ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ ਆ।
ਜੇ ਇੱਥੇ ਕਿਸਾਨ ਜਿੱਤਦੇ ਅਸੀਂ ਜਿੱਤਦੇ ਆ ਤੇ ਜਿਵੇਂ ਅਸੀਂ ਘਰਾਂ ਨੂੰ ਜਾਵਾਂਗੇ ਉਹ ਤੁਸੀਂ ਸੋਚ ਸਕਦੇ ਆ। ਫਿਰ ਇੱਕ ਨਵਾਂ ਪੰਜਾਬ ਤਾਂ ਸਿਰਜਿਆ ਜਾਣਾ। ਜੇ ਸਰਕਾਰ ਜਿੱਤਦੀ ਆ ਤੇ ਉਹਨਾਂ ਦਾ ਹੰਕਾਰ ਕਿੱਥੇ ਜਾਣਾ ਇਹ ਵੀ ਸੋਚ ਸਕਦੇ ਆ ਤੁਸੀਂ। ਸੋ ਬਹੁਤ ਇੱਕ ਵਾਟਰਲੂ ਆ, ਪਰ ਮੈਂ ਜਿਵੇਂ ਕਿਹਾ ਵੀ ਇਸ ਨਿਰਣਾਇਕ ਮੋੜ ਨੂੰ ਸਰਕਾਰ ਨੇ ਆਪਦੇ ਵੱਲ ਨੂੰ ਮੋੜਨਾ ਤੇ ਅਸੀਂ ਆਪਦੇ ਵੱਲ ਮੋੜਨਾ। ਇੱਥੇ ਰਣਨੀਤੀ ਨੇ, ਪ੍ਰੋਗਰਾਮ ਨੇ ਕੰਮ ਦੇਣਾ। ਜਿਹੜਾ ਸਹੀ ਪ੍ਰੋਗਰਾਮ ਦੇ ਜੂਗਾ ਉਹ ਜਿੱਤ ਜੂਗਾ, ਜਿਹੜਾ ਦੂਜੇ ਨੂੰ ਚੰਗੀ ਤਰ੍ਹਾਂ ਸਮਝ ਜੂਗਾ। ਪਹਿਲਾਂ ਸਾਨੂੰ ਵੀ ਤਾਂ ਸਰਕਾਰ ਨੂੰ, ਉਹਦੇ ਕੈਰੈਕਟਰ ਨੂੰ, ਉਹਨਾਂ ਦੇ ਕਿਰਦਾਰ ਨੂੰ ਸਮਝਣਾ ਪੈਣਾ ਨਾ। ਵੱਡਾ ਸਵਾਲ ਸੀ ਬਾਈ ਇੱਕ ਕਿ ਹੁਣ ਸਰਕਾਰ ਟੇਬਲ ਟਾਕ ਦੀ ਗੱਲ ਕਰ ਰਹੀ ਹੈ, ਵਾਰ-ਵਾਰ ਇਹ ਕਹਿ ਰਹੀ ਹੈ ਕਿ ਅਸੀਂ ਇਕੱਠੇ ਹੋ ਕੇ ਗੱਲਬਾਤ ਕਰਦੇ ਹਾਂ, ਚਰਚਾ ਕਰਦੇ ਹਾਂ। ਕਰੋਨਾ ਕਾਲ ਦੇ ਵਿੱਚ ਜਦੋਂ ਸਾਰੇ ਘਰਾਂ ਦੇ ਵਿੱਚ ਡੱਕੇ ਹੋਏ ਸੀ, ਉਸ ਵੇਲੇ ਕਾਨੂੰਨ ਲਿਆਂਦੇ ਗਏ, ਉਦੋਂ ਚਰਚਾ ਕਰ ਲੈਣੀ ਚਾਹੀਦੀ ਸੀ ਮੈਨੂੰ ਲੱਗਦਾ। ਨਹੀਂ ਦੇਖੋ, ਇਹ ਤਾਂ ਇਹਨਾਂ ਦਾ ਰਿਕੋਰਸ ਦੇਖੋ ਨਾ, ਸਾਰਾ ਰਿਕੋਰਸ ਨੂੰ ਜੇ ਆਪਾਂ ਇਹਨੂੰ ਪਾਰਟਸ 'ਚ ਵੰਡਾਂਗੇ ਹੈ ਨਾ, ਜਾਂ ਤੋੜ ਕੇ ਦੇਖਾਂਗੇ ਤਾਂ ਸਾਨੂੰ ਸਮਝ ਆਊ ਵੀ ਇਹਦੇ ਪਿੱਛੇ ਕੋਈ ਨਾ ਕੋਈ ਕਨਸਪੀਰੇਸੀ ਆ। ਅਦਰਵਾਈਜ਼ ਨਾਰਮਲ ਰਿਕੋਰਸ 'ਚ ਤਾਂ ਇਹ ਬਿੱਲ ਨਹੀਂ ਲੈ ਕੇ ਆਏ, ਉਹਨਾਂ ਨੂੰ ਇੰਟਰੋਡਿਊਸ ਨਹੀਂ ਕੀਤਾ ਸਦਨ 'ਚ, ਤੇ ਫਿਰ ਰਾਜ ਸਭਾ, ਲੋਕ ਸਭਾ ਤੇ ਰਾਜ ਸਭਾ 'ਚ ਜਿਵੇਂ ਇਹਨਾਂ ਨੇ ਪਾਸ ਕਰਾਇਆ ਵਿਦਆਊਟ ਹੈਵਿੰਗ ਐਨੀ ਡਿਸਕਸ਼ਨ, ਹੈ ਨਾ, ਵਨ ਸਾਈਡਡ ਹੀ ਉੱਥੋਂ ਪਾਸ ਕਰਾ ਕੇ ਤੇ ਪ੍ਰੈਜ਼ੀਡੈਂਟ ਨੇ ਜਿਵੇਂ ਅਸੈਂਟ ਦਿੱਤਾ ਤੇ ਕਾਨੂੰਨ ਬਣਾ ਕੇ ਸਾਡੇ ਉੱਤੇ ਥੋਪਤੇ। ਇਹ ਪੂਰਾ ਰਿਕੋਰਸ ਨੂੰ ਹੀ ਦੇਖੋ ਤਾਂ ਤੁਹਾਨੂੰ ਕਨਸਪੀਰੇਸੀਜ਼, ਥਿਊਰੀਜ਼ ਦੀ ਸਮਝ ਆ ਜਾਂਦੀ ਆ। ਅੱਜ ਤੱਕ ਇੰਡੀਆ 'ਚ ਐਗਰੀਕਲਚਰ ਸੈਕਟਰ ਹੀ ਸੀ ਹੈ ਨਾ, ਜਿਹੜਾ ਹਜੇ ਆਟੋਨਮਸ ਸੀ, ਜਿੱਥੇ ਕਿਸਾਨਾਂ ਦੀ ਆਪਦੀ ਮਰਜ਼ੀ ਸੀ ਹੈ ਨਾ। ਆਟੋਨਮਸ ਜਿਹੜਾ ਇੱਕ ਸਟਰਕਚਰ ਨੂੰ ਤੋੜਨਾ ਤੇ ਉਹਨੂੰ ਤੋੜਨਾ ਤੇ ਲੋਕਾਂ ਨੇ ਰੌਲਾ ਪਾਉਣਾ ਹੀ ਪਾਉਣਾ। ਸੋ ਉਸ ਆਟੋਨਮੀ ਨੂੰ ਭੰਨਣ ਵਾਸਤੇ ਇਹਨਾਂ ਨੇ ਉਹ ਰਿਕੋਰਸ ਚੁਣਿਆ। ਇਸ ਵੇਲੇ ਜਿਸ ਤਰੀਕੇ ਦਾ ਹਾਲਾਤ ਬਣੇ ਹੋਏ ਨੇ, ਤੁਹਾਨੂੰ ਨਜ਼ਰ ਕੀ ਆਉਂਦਾ, ਅੱਗੇ ਕੀ ਦਿਖਦਾ ਕਿ ਕੀ ਕੇਂਦਰ ਦੀ ਸਰਕਾਰ ਝੁਕੂਗੀ ਜਿਸ ਤਰੀਕੇ ਨਾਲ ਲੋਕਾਂ ਦਾ ਠਾਠਾ ਮਾਰਦਾ ਇਕੱਠ ਇੱਥੇ ਆ? ਬਾਈ ਜੀ ਗੱਲ ਆਏ ਆ ਵੀ ਇਹ ਇੰਨਾ ਸੌਖਾ ਵਰਤਾਰਾ ਨਾ ਦੇਖੋ ਤੁਸੀਂ ਇਹਨੂੰ, ਇਹਦੀ ਸਿਗਨੀਫੀਕੈਂਸ ਬਹੁਤ ਜ਼ਿਆਦਾ ਅਹਿਮ ਆ ਹੈ ਨਾ, ਬਹੁਤ ਇੰਟਰਨੈਸ਼ਨਲ ਸਿਗਨੀਫੀਕੈਂਸ ਹੈ ਇਸ ਗੱਲ ਦੀ। ਔਰ ਇੰਨਾ ਅਨਪ੍ਰੈਡਿਕਟੇਬਲ ਹੋਇਆ ਪਿਆ ਵੀ ਜਿਹੜੀਆਂ ਕਿਆਸਾਈਆਂ, ਜਿਹੜੀਆਂ ਕੈਲਕੂਲੇਸ਼ਨਸ, ਜਿਹੜੇ ਸੋਸ਼ਲ ਇਵੈਂਟਸ ਨੂੰ ਸਮਝਣ ਵਾਲੇ ਮਾਹਰ ਲਾਈ ਬੈਠੇ ਸੀ, ਉਹ ਵੀ ਫੇਲ ਹੋ ਗਏ। ਇੰਨਾ ਅਨਪ੍ਰੈਡਿਕਟੇਬਲ ਹੋਇਆ ਪਿਆ। ਪਰ ਇਹਦੀ ਪ੍ਰੈਡਿਕਸ਼ਨ ਨਾ ਕਰੀਏ ਆਪਾਂ, ਅਸੀਂ ਆਪਦੀ ਰਣਨੀਤੀ ਘੜੀਏ ਤਾਂ ਕਿ ਇਹਦਾ ਜਿਹੜਾ ਰਿਜ਼ਲਟ ਆ ਉਹ ਸਾਡੇ ਹੱਕ 'ਚ ਹੋਵੇ। ਤੁਹਾਨੂੰ ਕੀ ਲੱਗਦਾ ਕਿ ਇਸ ਵੇਲੇ ਕੀ ਰਣਨੀਤੀ ਉਲੀਕ ਲੈਣੀ ਚਾਹੀਦੀ ਹੈ? ਕਿਉਂਕਿ ਜਿਸ ਤਰੀਕੇ ਨਾਲ ਲੋਕਾਂ ਦਾ ਰਿਸਪੌਂਸ ਮਿਲਿਆ, ਉਹ ਤੋਂ ਸਾਨੂੰ ਕੋਈ ਨਾ ਕੋਈ ਨਤੀਜੇ ਵੱਲ ਲਿਜਾਣਾ, ਜੇ ਸਾਨੂੰ ਰਣਨੀਤੀ ਉਲੀਕਣੀ ਚਾਹੀਦੀ ਹੈ। ਤੁਸੀਂ ਵਾਰ-ਵਾਰ ਇਹ ਗੱਲ ਕਹਿੰਦੇ ਰਹੇ ਹੋ ਕਿ ਰਣਨੀਤੀ ਤਹਿਤ ਚੱਲਣਾ ਚਾਹੀਦਾ, ਤੁਹਾਡੇ ਜ਼ਿਹਨ ਦੇ ਵਿੱਚ ਕੀ ਰਣਨੀਤੀ ਹੈ? ਦੇਖੋ, ਰਣਨੀਤੀ ਜਿਹੜੀ ਹੁੰਦੀ ਹੈ ਨਾ, ਫਿਰ ਜਿਹੜੇ ਮੋੜ ਤੇ ਅਸੀਂ ਖੜੇ ਆ ਉੱਥੇ ਮੈਨੂੰ ਲੱਗਦਾ ਤੁਹਾਨੂੰ ਵੀ ਤੇ ਸਾਨੂੰ ਵੀ ਰਣਨੀਤੀ ਪਬਲਿਕਲੀ ਡਿਸਕਸ ਨਹੀਂ ਕਰਨੀ ਚਾਹੀਦੀ ਹੈ ਨਾ, ਕਿਉਂਕਿ ਪਬਲਿਕਲੀ ਸਾਡੇ ਵਾਲੇ ਬੰਦੇ ਤਾਂ ਸਾਡੇ ਹੀ ਆ, ਪਰ ਸਾਹਮਣੇ ਵਾਲੇ ਸਾਡੇ ਨਹੀਂ ਆ। ਇਹ ਵੀ ਚਰਚਾ ਚੱਲ ਰਹੀ ਹੈ ਕਿ ਜਿੰਨੇ ਵੀ ਆਗੂ ਬਣੇ ਹੋਏ ਨੇ ਉਹਨਾਂ ਨੂੰ ਚੱਕਣ ਦੀਆਂ ਵੀ ਗੱਲਾਂ ਚੱਲ ਰਹੀਆਂ, ਜਿੰਨੇ ਵੀ ਲੀਡਰ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਆਈਸੋਲੇਟ ਕਰਨ ਦੀਆਂ ਗੱਲਾਂ ਵੀ ਚੱਲ ਰਹੀਆਂ, ਤੇ ਇਸ ਕਰਕੇ ਸਾਰੇ ਜਿਹੜੇ ਆਗੂ ਬਣੇ ਹੋਏ ਨੇ, ਮੋਹਰੀ ਨੇ, ਉਹ ਸਮਝਦਾਰੀ ਨਾਲ ਚੱਲ ਰਹੇ ਨੇ, ਲੁੱਕ ਕੇ ਚੱਲ ਰਹੇ ਨੇ, ਤਾਂ ਜੋ ਕਿਤੇ ਨਾ ਕਿਤੇ ਲੀਡਰ ਨਾ ਚੱਕੇ ਜਾਣ। ਉਸ ਤੋਂ ਬਾਅਦ ਕਿਤੇ ਨਾ ਕਿਤੇ ਇਸ ਪੂਰੇ ਸੰਘਰਸ਼ ਨੂੰ ਵੀ ਡਿਸੈਮੀਨੇਟ ਕਰ ਸਕਦੇ ਹੋ, ਤੋੜ ਸਕਦੇ ਨੇ ਉਸ ਤਰੀਕੇ ਨਾਲ। ਨਹੀਂ ਦੇਖੋ, ਇਹ ਤਾਂ ਹਮੇਸ਼ਾ ਹੀ ਕੋਸ਼ਿਸ਼ ਹੁੰਦੀ ਆ। ਮੈਨੂੰ ਅੱਜ ਮੈਂ ਦਿੱਲੀ ਚਲਾ ਜਾਵਾਂ, ਮੈਨੂੰ ਦਿੱਲੀੋਂ ਚੱਕ ਕੇ ਗਦਾਰ ਬਣਾ ਦੇਣਗੇ ਵੀ ਇਹ ਤਾਂ ਦਿੱਲੀ ਆਇਆ ਸੀ ਹੈ ਨਾ। ਦੇਖੋ, ਆਈ ਕੋਈ ਵੀ ਆਗੂ ਆ ਕਿਤੇ ਵੀ ਹੁਣ, ਉਹਨਾਂ ਨੂੰ ਚੱਕਣ ਦੀ ਕੋਸ਼ਿਸ਼ ਤਾਂ, ਪਰ ਬਿਊਟੀ ਇਹ ਆ ਵੀ ਇਸ ਅੰਦੋਲਨ ਦੀ, ਇਹਦੀ ਅਗਵਾਈ ਹੁਣ ਲੋਕ ਤੇ ਲੋਕਾਂ ਦੇ ਜਜ਼ਬਾਤ ਕਰ ਰਹੇ ਆ, ਤਾਂ ਹੀ ਤਾਂ ਅੱਜ ਤੱਕ, ਅਦਰਵਾਈਜ਼ ਆਹ ਡੈਡਲੌਕ ਨਹੀਂ ਕਦੇ ਬਣਿਆ ਸੀ, ਇਹਦਾ ਇਤਿਹਾਸ ਸਿਰਜਿਆ ਜਾ ਰਿਹਾ। ਸੋ ਲੋਕ ਅਗਵਾਈ ਕਰ ਰਹੇ ਆ, ਲੋਕਾਂ ਨੂੰ ਆਪਦਾ ਟੀਚਾ ਪਤਾ ਤੇ ਉਹਦੀ ਤਰਜਮਾਨੀ ਕਰ ਰਹੇ ਆ ਸਿਰਫ ਆਗੂ ਆ ਜਿਹੜੇ। ਜਥੇਬੰਦੀਆਂ ਨੂੰ ਤੁਸੀਂ ਅਕਸਰ ਕਹਿੰਦੇ ਰਹੇ ਹੋ ਕਿ ਉਹ ਜਿਸ ਤਰੀਕੇ ਦੇ ਨਾਲ ਉਹਨਾਂ ਦਾ ਪਹਿਲਾਂ ਵਿਵਹਾਰ ਰਿਹਾ, ਉਸ ਤਰੀਕੇ ਨਹੀਂ ਚੱਲਣਾ ਚਾਹੀਦਾ ਸੀ, ਸਰਕਾਰ ਨੂੰ ਲੈ ਕੇ ਆਉਣਾ ਚਾਹੀਦਾ ਸੀ। ਇੱਥੇ ਵਾਰ-ਵਾਰ ਮੁਲਾਕਾਤਾਂ ਉਹਨਾਂ ਨੇ ਕਰਕੇ ਦੇਖ ਲਈਆਂ, ਅੱਜ ਫਿਰ ਕਹਿੰਦੇ ਸੀਗੇ ਵੀ ਅੱਜ ਆਖਰੀ ਮੁਲਾਕਾਤ ਹੋਊਗੀ, ਜੈਸ ਜਾਂ ਨੋ ਹੋਊਗੀ, ਪਰ ਅੱਜ ਫਿਰ ਉਹੀ ਗੱਲ ਹੋਈ, ਫਿਰ ਸ਼ਗੂਫੇ ਮਿਲੇ, ਲੋਲੀਪੌਪ ਮਿਲੇ, ਗੱਲ ਕੋਈ ਸਿੱਟੇ ਬੰਨੇ ਨਹੀਂ ਲੱਗੀ। 9 ਤਰੀਕ ਦੁਬਾਰਾ ਦੇ ਦਿੱਤੀ ਗਈ ਹੈ। ਕਿਸਾਨ ਜਥੇਬੰਦੀਆਂ ਕਹਿੰਦੀਆਂ ਸਮਾਂ ਹੋਰ ਦਿੰਦੇ ਆ। ਇਹ ਜਿਹੜੀ ਜਥੇਬੰਦੀਆਂ ਦੀ ਕਾਲ ਹੈਗੀ ਆ, ਉਹਨੂੰ ਕਿਵੇਂ ਦੇਖਦੇ ਹੋ? ਨਹੀਂ ਕਾਲ ਬਹੁਤ ਵਧੀਆ ਜੀ। ਦੇਖੋ, ਅਸੀਂ ਤਾਂ ਰੀਕਨਸੀਲੇਸ਼ਨ ਤੋਂ, ਜਾਂ ਅਸੀਂ ਇਸ ਜਿਹੜਾ ਅਸੀਂ ਇੱਕ ਪਲੇਟਫਾਰਮ ਕ੍ਰੀਏਟ ਹੋਇਆ ਡਾਇਲੌਗ ਦਾ, ਉਹ ਤੋਂ ਪਿੱਛੇ ਨਹੀਂ ਹਟ ਰਹੇ। ਸੋ ਵਧੀਆ ਗੱਲ ਆ। ਔਰ ਹੁਣ ਜੇ ਤੁਸੀਂ ਦੇਖੋ, ਸਾਡੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦਾ ਬਿਹੇਵੀਅਰ ਵੀ ਆ ਜਿਹੜਾ, ਉਹ ਬੜਕ ਵਾਲਾ। ਮੈਂ ਹਮੇਸ਼ਾ ਹੀ ਇਹ ਗੱਲ ਕਰਦਾ ਹੁੰਦਾ ਸੀ, ਤੁਸੀਂ ਇਹ ਦੇਖਿਓ, ਆਪਾਂ ਉਹਨਾਂ ਨੂੰ ਇੱਕ ਰਿਕੁਐਸਟ ਕੀਤੀ ਸੀ ਵੀ ਇਹਨਾਂ ਨਾਲ ਜਾ ਕੇ ਪ੍ਰੀਤੀ ਭੋਜ ਨਾ ਕਰੋ ਹੈ ਨਾ, ਆਪਦੇ ਪੌਣਿਆਂ 'ਚ ਬੰਨ੍ਹ ਕੇ ਰੋਟੀਆਂ ਲੈ ਜਾਓ, ਉੱਥੇ ਖਾਓ ਜਾ ਕੇ, ਸਿੰਬੋਲਿਕਲੀ ਦੇਖਿਓ ਉਹਦੀ ਕੀ ਅਹਿਮੀਅਤ ਆ। ਤੇ ਸਿੰਬੋਲਿਕਲੀ ਉਸ ਅਹਿਮੀਅਤ ਨੇ ਕੱਲ ਪੂਰੇ ਨੈਸ਼ਨਲ ਮੀਡੀਆ ਨੂੰ ਸਾਡੀਆਂ ਗੱਲਾਂ ਉਹਨਾਂ ਨੇ ਦਿਖਾਈਆਂ ਵੀ ਆਹ ਦੇਖੋ ਕਿੱਥੋਂ ਤੱਕ ਇਹ
ਇਹ ਦ੍ਰਿੜ ਆ ਵੀ ਅਸੀਂ ਤਾਂ ਐਂ ਜਿਉਲਾਂਗੇ। ਤੁਹਾਡੇ 5 ਸਟਾਰ ਦੇ ਸਾਨੂੰ ਖਾਣੇ ਨਹੀਂ ਚਾਹੀਦੇ, ਤੁਹਾਡੇ ਪ੍ਰੀਤੀ ਭੋਜ ਨਹੀਂ ਚਾਹੀਦੇ। ਤੇ ਹੁਣ ਅਸੀਂ ਉਹਨਾਂ ਦੀ ਪਿੱਠ ਥਪਤ ਪਾਈ। ਜਦੋਂ ਕਿਤੇ ਉਹਨਾਂ ਨੇ ਨਹੀਂ ਉਹ ਸਾਡੇ ਕਿਰਦਾਰ ਨੂੰ ਪੇਸ਼ ਕੀਤਾ ਤੇ ਅਸੀਂ ਉਸ ਗੱਲ ਦੀ ਵੀ ਨਿੰਦਾ ਕੀਤੀ ਹੈ ਨਾ। ਉਦੋਂ ਅਸੀਂ ਘਰੇ ਬੈਠੇ ਸੀ, ਅੱਜ ਇੱਥੇ ਤਾਂ ਅਸੀਂ ਇਕੱਠੇ ਆ। ਹੁਣ ਤਾਂ ਦਿੱਲੀ ਨਾਲ ਲੜ ਰਹੇ ਆ। ਕਿਸਾਨ ਜਥੇਬੰਦੀਆਂ ਦੇ ਆਗੂ ਸਾਡੀ ਅਗਵਾਈ ਕਰ ਰਹੇ ਆ ਉੱਥੇ ਜਾ ਕੇ। ਭਾਈ ਅਖੀਰ ਤੇ ਇੱਕ ਸਵਾਲ ਕਿ ਜਿਸ ਤਰੀਕੇ ਨਾਲ ਇਸ ਸੰਘਰਸ਼ ਨੂੰ ਖਤਮ ਕਰਨ ਦੀਆਂ ਤਾਰਪੀਡੋ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ, ਉਹਨਾਂ ਦੇ ਵਿੱਚ ਇੱਕ ਚੀਜ਼ ਇਹ ਵੀ ਆਈ ਸੀ ਕਿ ਕੁੜੀਆਂ ਭੇਜੀਆਂ ਗਈਆਂ, ਇੱਥੇ ਕੁਝ ਮੁੰਡੇ ਭੇਜੇ ਗਏ ਜਿਹੜੇ ਗਲਤ ਤਰੀਕੇ ਨਾਲ ਵਿਵਹਾਰ ਕਰ ਰਹੇ ਸੀਗੇ, ਉਹ ਫੜੇ ਵੀ ਗਏ। ਉਸ ਤੋਂ ਬਾਅਦ ਕੁਝ ਲੋਕਾਂ ਨੇ ਟਵੀਟ ਕੀਤੇ ਕਿ ਉੱਥੇ ਤਾਂ ਲੜਕੀਆਂ ਦੇ ਨਾਲ ਰੇਪ ਹੋ ਰਹੇ ਨੇ। ਇਸ ਸੰਘਰਸ਼ ਦੇ ਵਿੱਚ ਇਦਾਂ ਦੀਆਂ ਗਲਤ ਟਿੱਪਣੀਆਂ ਸੋਸ਼ਲ ਮੀਡੀਆ ਤੇ ਵਾਇਰਲ ਕੀਤੀਆਂ ਜਾ ਰਹੀਆਂ ਤੇ ਕਾਰਵਾਈ ਵੀ ਮੰਗੀ ਜਾ ਰਹੀ ਹੈ। ਉਹਨਾਂ ਦੇ ਖਿਲਾਫ ਵੀ ਕਿਤੇ ਨਾ ਕਿਤੇ ਜਿਹੜੇ ਐਡਵੋਕੇਟਸ ਸਾਡੇ ਇਸ ਸੰਘਰਸ਼ ਦਾ ਹਿੱਸਾ ਨੇ ਉਹ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਨੇ। ਇਹ ਜਿਹੜੀਆਂ ਤਾਰਪੀਡੋ ਕਰਨ ਦੀਆਂ ਕੋਸ਼ਿਸ਼ਾਂ ਨੇ, ਇਹਨਾਂ ਤੋਂ ਕਿਵੇਂ ਸੁਚੇਤ ਰਹਿਣਾ ਚਾਹੀਦਾ? ਅਖੀਰ ਤੇ ਦੇਖੋ, ਸੁਚੇਤ ਹੋਣਾ ਇਹ ਆ ਵੀ ਇਹੀ ਗੱਲ ਅਸੀਂ ਸਾਰੇ ਖੜੇ ਕਰ ਰਹੇ ਸੀ। ਇੱਥੇ ਹਰ ਇੱਕ ਬੰਦਾ ਸਾਡੀ ਦੌਲਤ ਆ, ਸਾਡੀ ਧਰੋਹਰ ਆ। ਅੱਛਾ, ਇਹਨਾਂ 'ਚ ਜਿਹੜਾ ਜਜ਼ਬਾ ਜਾਗਿਆ, ਇਹ ਜ਼ਿੰਮੇਵਾਰੀ ਇਹਨਾਂ ਦੇ ਮੋਢਿਆਂ ਤੇ ਆ। ਹੁਣ ਇਹ ਕਿੰਨੇ ਕੁ ਵਿਜੀਲੈਂਟ ਹੋਣ, ਕਿੰਨੇ ਕੁ ਆਬਜ਼ਰਵ ਕਰਨ ਆਪਦਾ ਆਸਾ ਪਾਸਾ, ਕਿਉਂਕਿ ਅਸੀਂ ਜੰਗ 'ਚ ਬੈਠੇ ਆ, ਜਸ਼ਨ 'ਚ ਨਹੀਂ ਬੈਠੇ। ਕਿਤੇ ਇਹ ਨਾ ਦੇਖ ਲਿਓ ਵੀ ਲੰਗਰ ਲੱਗੇ ਆ, ਕਿਤੇ ਅਸੀਂ ਆਪਦੇ ਮਨਾਂ ਨੂੰ ਜਾਂ ਅਸੀਂ ਆਪਦੇ ਦਿਮਾਗ 'ਚੋਂ ਵਿਸਾਰ ਦਈਏ ਵੀ ਚੱਲ ਕੀ ਰਿਹਾ। ਜਾਂ ਬਦਾਮਾਂ ਦੇ ਲੰਗਰ, ਦੁੱਧ ਦੇ ਲੰਗਰ, ਜੋ ਕਲਾ ਵਰਤ ਰਹੀ ਆ ਹੈ ਨਾ ਸੱਚੇ ਪਾਤਸ਼ਾਹ ਮਹਾਰਾਜ ਸ਼੍ਰੀ ਗੁਰੂ ਨਾਨਕ ਸਾਹਿਬ ਦੀ, ਉਹ ਕਲਾ ਤਾਂ ਵਰਤ ਹੀ ਰਹੀ ਆ, ਇਹਦੇ 'ਚ ਕੋਈ ਸ਼ੱਕ ਨਹੀਂ। ਪਰ ਨਾਲ ਜਦੋਂ ਜੰਗ 'ਚ ਬੈਠੇ ਹੋਈਦਾ ਨਾ, ਉਦੋਂ ਆਪਦੇ ਹਥਿਆਰ ਫਿਰ ਕੁੰਡੇ ਨਹੀਂ ਕਰਕੇ ਰੱਖੀਦੇ। ਉਦੋਂ ਆਪਦੀ ਸੋਚ ਤੇ ਆਪਦੇ ਹਥਿਆਰ ਤਿੱਖੇ ਹੀ ਚਾਹੀਦੇ ਆ। ਇਹੀ ਚੀਜ਼ ਇਹਨੂੰ ਬਚਾਊਗੀ। ਹੁਣ ਅਸੀਂ ਹੋਰ ਜ਼ਿਆਦਾ ਰਿਸਪੌਂਸਿਬਲ ਜ਼ਿੰਮੇਵਾਰ ਹੋਵਾਂਗੇ ਇਹਨਾਂ ਗੱਲਾਂ ਲਈ। ਇੱਕ ਨਾਰਾਜ਼ਗੀ, ਬੇਸ਼ੱਕ ਇਹ ਸਵਾਲ ਕੌੜਾ ਲੱਗੂਗਾ ਬਹੁਤ ਲੋਕਾਂ ਨੂੰ, ਕਿਉਂਕਿ ਇਸ ਵੇਲੇ ਵੀ ਕਿਉਂਕਿ ਤੁਸੀਂ ਨਾਮਵਰ ਹੋ, ਬਹੁਤ ਸਾਰੇ ਕਲਾਕਾਰ ਗਾਇਕ ਇੱਥੇ ਨਾਮਵਰ ਆਉਂਦੇ ਨੇ, ਤਾਂ ਤਸਵੀਰਾਂ ਤੱਕ ਸੀਮਤ ਨੇ ਕੁਝ ਲੋਕ। ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਕਿਉਂਕਿ ਤਸਵੀਰਾਂ ਦੀ ਜੰਗ ਨਹੀਂ ਇਸ ਵੇਲੇ ਜੰਗ ਸਾਡੇ ਹਕੂਕਾਂ ਦੀ ਆ, ਹੱਕਾਂ ਦੀ ਹੈ, ਸਾਡੀ ਹੋਂਦ ਦੀ ਨਹੀਂ ਬਾਈ। ਹੁਣ ਤਾਂ ਪੰਜਾਬ ਇੱਕ ਹੋ ਗਿਆ। ਦੇਖੋ ਤੁਸੀਂ, ਹਾਂ, ਹੁਣ ਤਾਂ ਜਿਹੜੇ ਕਲਾਕਾਰਾਂ ਨੂੰ ਕਹਿੰਦੇ ਸੀ ਵੀ ਦੇਖੋ ਕਿਹੋ ਜਿਹੀਆਂ ਰਚਨਾਵਾਂ ਘੜਦੇ ਆ, ਗਾਣੇ ਗਾਉਂਦੇ ਆ, ਹੈ ਨਾ। ਤੁਸੀਂ ਹੁਣ ਦੇਖੋ ਜਜ਼ਬਾ ਦੇਖੋ। ਔਰ ਉਹਨਾਂ ਨੂੰ ਬੁੱਧੀਜੀਵੀ ਸਮਝਾ ਥੱਕ ਗਏ ਵੀ ਐਂ ਨਾ ਕਰੋ। ਪਰ ਕਿਸੇ ਦੇ ਸਮਝੇ ਤੋਂ ਕੋਈ ਸਮਝਦਾ। ਇਹ ਤਾਂ ਜਦੋਂ ਤੱਕ ਉਹ ਕਾਇਆ ਕਲਪਨੀ ਹੁੰਦੀ ਨਾ, ਆਤਮਕ, ਉਦੋਂ ਤੱਕ ਕੋਈ ਨਹੀਂ ਸਮਝਦਾ। ਤੁਸੀਂ ਦੇਖੋ ਨਸ਼ਿਆਂ 'ਚ ਲਾਤੇ, ਨਸ਼ਾ ਛਡਾਊ ਕੇਂਦਰ ਬਣਾ ਕੇ ਗੋਲੀਆਂ ਦੇਣ ਲੱਗ ਗਏ, ਨਸ਼ੇ ਤਾਂ ਨਹੀਂ ਛੱਡੇ। ਪਰ ਅੱਜ ਤੁਸੀਂ ਦੱਸੋ ਇੱਥੇ ਚੱਲ ਕੀ ਰਿਹਾ, ਦੇਖ ਲਓ ਤੁਸੀਂ ਹੁਣ ਆਪ। ਸੋ ਕਲਾਕਾਰਾਂ ਦੀ ਨਹੀਂ ਗੱਲ ਕਰ ਰਿਹਾ, ਮੈਂ ਸਿਰਫ ਇਹ ਕਹਿ ਰਿਹਾ ਕਿ ਬਹੁਤ ਸਾਰੇ ਨੌਜਵਾਨ ਸਿਰਫ ਇਸ ਕਰਕੇ ਆਉਂਦੇ ਨੇ ਕਿ ਅਸੀਂ ਸਾਡੀ ਪਸੰਦ ਦਾ ਕਲਾਕਾਰ ਆਇਆ, ਉਹਨਾਂ ਫੋਟੋ ਕਰਾ ਲਈਏ। ਹਾਲੇ ਵੀ ਉਹਨਾਂ ਦੀ ਸੋਚ ਇੱਥੇ ਤੱਕ ਸੀਮਤ ਹੈ। ਨਹੀਂ, ਇਹ ਤੁਸੀਂ ਇੱਕ ਮਿੰਟ, ਇਹ ਤੁਸੀਂ ਨੌਜਵਾਨਾਂ ਤੋਂ ਪੁੱਛੋ। ਇਹਨਾਂ ਜਿਨ੍ਹਾਂ ਨੇ ਉਹ ਨਾਕੇ ਤੋੜੇ ਆ ਨਾ, ਜਿਹੜੇ ਲਾਏ ਸੀ, ਤੁਸੀਂ ਇਹਨਾਂ ਤੋਂ ਪੁੱਛੋ, ਇਹ ਦੱਸਣਗੇ ਤੁਹਾਨੂੰ। ਇੱਥੇ ਕਲਾਕਾਰ ਤੇ ਨਹੀਂ ਕਲਾਕਾਰ ਉਹ ਕੋਈ ਅਹਿਮੀਅਤ ਹੀ ਨਹੀਂ ਰਹੀ। ਇੱਥੇ ਤਾਂ ਐਂ ਤੁਰੇ ਫਿਰਦੇ ਆ ਅਸੀਂ। ਤੇ ਤੁਸੀਂ ਰੋਲ ਮਾਡਲ ਹੋ, ਇਸ ਕਰਕੇ ਸਵਾਲ ਕੀਤਾ ਤੁਹਾਨੂੰ ਕਿ ਤੁਸੀਂ ਜੋ ਕੁਝ ਵੀ ਬੋਲੋਗੇ ਉਹ ਇਹ ਸਮਝਣਗੇ, ਇੱਥੋਂ ਉਹ ਦਿਮਾਗ ਦੇ ਵਿੱਚ, ਜ਼ਿਹਨ ਦੇ ਵਿੱਚ ਬਿਠਾ ਕੇ ਜਾਣਗੇ। ਬਾਈ ਜੀ, ਇੱਥੇ ਜਿਹੜੀਆਂ ਦਰਜਾ ਬਦਰਜੀ ਸੀ ਨਾ, ਜਾਂ ਕੋਈ ਸੈਲੇਬ੍ਰਿਟੀ ਆ ਤੇ ਆਹ ਨਾਰਮਲ ਬੰਦਾ, ਇਹ ਖਤਮ ਹੋ ਗਈ। ਚਲੋ ਇੱਕ ਯਾਦ ਨੂੰ ਤਾਂ ਅਸੀਂ ਫੋਟੋ ਖਿੱਚ ਸਕਦੇ ਹਾਂ, ਪਰ ਜਿਹੜੀ ਗੱਲ ਆ ਨਾ ਅਸਲ 'ਚ, ਅੱਜ ਮਾੜਾ ਜਿਹਾ ਕੋਈ ਕਲਾਕਾਰ ਉਲਟ ਚੱਲ ਕੇ ਤਾਂ ਦਿਖਾਵੇ, ਇਹਨਾਂ ਨੇ ਉਦੋਂ ਹੀ ਚੱਕ ਲੈਣਾ। ਸੋ ਇਹ ਗੱਲ, ਹਾਂ, ਕੰਗਣਾ ਟਵਿੱਟਰ ਨਹੀਂ ਖੋਲਦੀ, ਸੁਣ ਲਓ। ਸੋ ਇਹ ਤਾਂ ਬਾਈ ਜਿਹੜਾ ਜਜ਼ਬਾ ਤੇ ਆਹ ਜਿਹੜਾ ਰੋਹ ਦੇਖਣ ਨੂੰ ਮਿਲ ਰਿਹਾ, ਇਹ ਮੈਂ ਤਾਂ ਹੀ ਕਿਹਾ ਇਹਦੀ ਅਗਵਾਈ 10ਵੇਂ ਪਾਤਸ਼ਾਹ ਆਪ ਕਰ ਰਹੇ ਆ। ਨੌਜਵਾਨ ਆਪ ਜਾਨੀ ਕਿ ਜਾਗਰੂਕ ਹੋ ਚੁੱਕੇ ਨੇ, ਟਵਿੱਟਰ ਤੇ ਵੀ ਟਰੈਕਟਰ ਟੂ ਟਵਿੱਟਰ ਟਵੀਟ ਹੈਸ਼ ਕਰਨ ਲੱਗ ਗਏ ਇਸ ਵੇਲੇ। ਬਾਈ ਜੀ, ਉਹ ਹੈਰਾਨ ਹੋ ਗਏ ਜਿਵੇਂ ਅਸੀਂ ਟਵਿੱਟਰ ਅਕਾਊਂਟ ਖੋਲ੍ਹੇ ਤੇ ਜਿਵੇਂ ਟਵਿੱਟਰ ਚਲਾਇਆ। ਤੁਸੀਂ ਦੇਖੋ ਦੁਨੀਆ ਭਰ 'ਚ ਜਿਹੜੇ ਹੈਸ਼ਟੈਗ ਅਸੀਂ ਲੈ ਕੇ ਆਏ, ਉਹ ਟ੍ਰੈਂਡ ਕਰਨ ਲਾਤੇ। ਸੋ ਪੰਜਾਬੀਆਂ ਨੂੰ ਇੱਕ ਵਾਰੀ ਗੱਲ ਸਮਝ ਆਉਣੀ ਚਾਹੀਦੀ ਆ। ਇਹਨਾਂ ਨੂੰ ਹੁਣ ਇਹ ਗੱਲ ਸਮਝ ਆ ਗਈ ਵੀ ਇਹ ਤੌਰ ਤੇ ਮੰਨ ਲਈਏ ਗਲਤ ਥਾਂ ਤੇ ਹੱਥ ਪਾ ਲਿਆ ਇਹਨਾਂ ਨੇ। ਹਾਂ, ਵੀ ਇਹ ਟਵਿੱਟਰ ਤੇ ਬੈਠੇ ਆ, ਕੋਈ ਨਹੀਂ ਫਿਰ ਉੱਥੇ ਸਹੀ। ਅਸੀਂ ਤਾਂ ਅੜੀਓ ਭੰਦੇ ਆ, ਸਾਨੂੰ ਹੋਰ ਕੁਝ ਨਹੀਂ ਹੁੰਦਾ। ਵੀ ਕਿਸੇ ਦੀ ਤੁਸੀਂ ਐਂ ਕਰੋ ਵੀ ਉਹ ਹੁਣੇ ਅਸੀਂ ਗੱਲਾਂ ਕਰੀ ਜਾਂਦੇ ਸੀ, ਬਿੱਲੀ ਦੁੱਧ ਪੀ ਜੇ ਕੋਈ ਚੱਕਰ ਨਹੀਂ, ਬਨੇਰੇ ਤੇ ਬਹਿ ਕੇ ਜਦੋਂ ਮੁੱਛਾਂ ਜਾਂ ਉੱਤੇ ਥੱਲੇ ਕਰਦੀ ਆ ਫੇਰ ਨਹੀਂ ਸਹੀ ਜਾਂਦੀ। ਸੋ ਇਹ ਦੀਪ ਸਿੱਧੂ ਆਪਣੇ ਵੱਲੋਂ ਬੜੀ ਬੇਬਾਕੀ ਦੇ ਨਾਲ ਗੱਲਬਾਤ ਕਰਦੇ ਨਜ਼ਰ ਆਏ। ਸਾਫ਼ ਤੌਰ ਤੇ ਕਹਿੰਦੇ ਨੇ ਕਿ ਇਸ ਵੇਲੇ ਡੈਡਲੌਕ ਦੀ ਸਥਿਤੀ ਹੈ ਤੇ ਇਹਦੇ ਵਿੱਚੋਂ ਕਿਵੇਂ ਨਿਕਲਣਾ ਸਾਨੂੰ ਪਰਤ ਦਰ ਪਰਤ ਉਹਦੀ ਸਮਝਣੀ ਪਵੇਗੀ, ਤਾਂ ਹੀ ਇਸ
ਉਲਝਦਾਰ ਤੇ ਗੁੰਝਲਦਾਰ ਸਰਕਾਰ ਦੀਆਂ ਜਿਹੜੀਆਂ ਚਾਲਾਂ ਨੇ ਉਹਦੇ ਵਿੱਚੋਂ ਅਸੀਂ ਬਚ ਸਕਾਂਗੇ। ਤੁਹਾਡਾ ਇਸ ਬਾਰੇ ਕੀ ਸੋਚਣਾ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ। ਸਹਿਯੋਗੀ ਐਸਕੇ ਦੇ ਨਾਲ ਹਰਦੀਪ ਸਿੰਘ ਭੋਗਲ, ਸਪੋਕਸਮੈਨ ਟੀਵੀ, ਕੁੰਡਲੀ ਬਾਰਡਰ।